ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਆਓ ਇਸ ਵੀਡੀਓ ਦੇ ਵਿੱਚ 11ਵੀਂ ਕਲਾਸ ਦੇ ਮਾਡਲ ਟੈਸਟ ਪੇਪਰ 5ਵੇਂ ਦੇ ਆਬਜੈਕਟਿਵ ਟਾਈਪ ਪ੍ਰਸ਼ਨਾਂ ਨੂੰ ਹੱਲ ਕਰੀਏ। ਚੱਲਦੇ ਹਾਂ ਭਾਗੂੜਾ ਦੇ ਪਹਿਲੇ ਪ੍ਰਸ਼ਨ ਤੇ। ਪਹਿਲਾ ਪ੍ਰਸ਼ਨ ਹੈ, ਹੜੱਪਾ ਤੇ ਮੋਹਨਜੋਦੜੋ ਕਿਸ ਦੇਸ਼ ਵਿੱਚ ਸਥਿਤ ਹਨ? ਇਹਦਾ ਉੱਤਰ ਹੈ ਪਾਕਿਸਤਾਨ। ਰਿਗਵੈਦਿਕ ਆਰੀਆ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਕਿਹੜਾ ਹੈ? ਰਿਗਵੇਦ। ਮਹਾਭਾਰਤ ਦਾ ਯੁੱਧ ਕਿੱਥੇ ਲੜਿਆ ਗਿਆ? ਕੁਰੂਕਸ਼ੇਤਰ। ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ? ਗਿਆ। ਸਿਕੰਦਰ ਨੇ ਭਾਰਤ ਉੱਤੇ ਹਮਲਾ ਕਦੋਂ ਕੀਤਾ? 326 ਈਸਵੀ ਪੂਰਵ। ਕਲਿੰਗ ਉੱਤੇ ਜਿੱਤ ਪ੍ਰਾਪਤ ਕਰਨ ਵਾਲੇ ਮੌਰੀਆ ਸ਼ਾਸਕ ਦਾ ਕੀ ਨਾਂ ਸੀ? ਅਸ਼ੋਕ। ਭਾਰਤ ਵਿੱਚ ਆਉਣ ਵਾਲਾ ਸਭ ਤੋਂ ਪਹਿਲਾ ਚੀਨੀ ਯਾਤਰੀ ਕੌਣ ਸੀ? ਫਾਈਆਨ। ਹਰਸ਼ ਚਰਿੱਤਰ ਦਾ ਲੇਖਕ ਕੌਣ ਸੀ? ਬਾਣਭੱਟ। ਚੌਹਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕੌਣ ਸੀ? ਪ੍ਰਿਥਵੀਰਾਜ ਚੌਹਾਨ। ਰਾਜਪੂਤ ਕਿਸ ਧਰਮ ਨੂੰ ਮੰਨਦੇ ਸਨ? ਹਿੰਦੂ ਧਰਮ। ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ? 1192 ਈਸਵੀ। ਮਹਿਮੂਦ ਗਵਾਂ ਕਿਹੜੇ ਦੇਸ਼ ਤੋਂ ਆਇਆ ਸੀ? ਈਰਾਨ ਤੋਂ। ਗੀਤ ਗੋਬਿੰਦ ਦੇ ਲੇਖਕ ਕੌਣ ਸਨ? ਜੈਦੇਵ। ਭੰਗਾਣੀ ਦਾ ਯੁੱਧ ਕਦੋਂ ਲੜਿਆ ਗਿਆ? 1688 ਈਸਵੀ। ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? 21 ਅਪ੍ਰੈਲ 1526 ਈਸਵੀ। ਆਗਰੇ ਦਾ ਲਾਲ ਕਿਲ੍ਹਾ ਕਿਸ ਨੇ ਬਣਵਾਇਆ? ਸ਼ਾਹਜਹਾਂ ਨੇ। ਭਾਰਤੀ ਇਤਿਹਾਸਕਾਰ ਕਿਹੜੀ ਸਦੀ ਨੂੰ ਮਰਾਠਿਆਂ ਦਾ ਯੁੱਗ ਕਹਿੰਦੇ ਹਨ? 18ਵੀਂ ਸਦੀ। ਲਾਹੌਰ ਰਾਜ ਦਾ ਅੰਤ ਕਦੋਂ ਹੋਇਆ? 29 ਮਾਰਚ 1849 ਈਸਵੀ। ਪਲਾਸੀ ਦੀ ਲੜਾਈ ਕਦੋਂ ਲੜੀ ਗਈ? 23 ਜੂਨ 1757 ਈਸਵੀ। ਡੱਚ ਲੋਕ ਕਿੱਥੋਂ ਦੇ ਵਸਨੀਕ ਸਨ? ਹਾਲੈਂਡ ਦੇ। ਤਾਂ ਅੱਗੇ ਚੱਲਦੇ ਹਾਂ ਭਾਗ ਆੜਾ ਖਾਲੀ ਥਾਵਾਂ ਵੱਲ। ਪਹਿਲੀ ਖਾਲੀ ਥਾਂ ਹੈ ਸਿੰਧ ਘਾਟੀ ਸੱਭਿਅਤਾ ਦੀ ਲਿਪੀ। ਇਹਦੇ ਵਿੱਚ ਆਏਗਾ ਚਿੱਤਰਮਈ ਸੀ। ਆਰੀਆ ਸਮੇਂ ਅਸ਼ਵਮੇਧ ਯੱਗ ਵਿੱਚ ਕਿਸ ਦੀ ਬਲੀ ਦਿੱਤੀ ਜਾਂਦੀ ਸੀ? ਘੋੜੇ ਦੀ। ਮਹਾਤਮਾ ਬੁੱਧ ਦਾ ਬਚਪਨ ਦਾ ਕੀ ਨਾਂ ਸੀ? ਸਿਧਾਰਥ। ਪਾਟਲੀਪੁੱਤਰ ਦਾ ਆਧੁਨਿਕ ਨਾਂ ਪਟਨਾ ਹੈ। ਨੂੰ ਭਾਰਤੀ ਨੈਪੋਲੀਅਨ ਕਿਹਾ ਜਾਂਦਾ ਹੈ? ਸਮੁੰਦਰਗੁਪਤ ਨੂੰ ਭਾਰਤੀ ਨੈਪੋਲੀਅਨ ਕਿਹਾ ਜਾਂਦਾ ਹੈ। ਅੱਗੇ ਚੱਲਦੇ ਹਾਂ ਜੀ ਠੀਕ ਗਲਤ ਵੱਲ। ਪਹਿਲਾ ਹੈ, ਪਹਾੜੀ ਨੂੰ ਕੱਟ ਕੇ ਬਣਾਇਆ ਕੈਲਾਸ਼ਨਾਥ ਮੰਦਰ। ਕੈਲਾਸ਼ਨਾਥ ਐਲੋਰਾ ਵਿੱਚ ਸਥਿਤ ਹੈ। ਇਹ ਬਿਲਕੁਲ ਸਹੀ ਹੈ। ਦੂਜਾ ਹੈ, ਰਾਜ ਤਰੰਗਣੀ ਦਾ ਲੇਖਕ ਕਲਹਣ ਸੀ। ਇਹ ਵੀ ਠੀਕ ਹੈ। ਗਿਆਸੁਦੀਨ ਤੁਗਲਕ ਨੇ ਫਿਰੋਜ਼ਾਬਾਦ ਸ਼ਹਿਰ ਵਸਾਇਆ। ਇਹ ਬਿਲਕੁਲ ਗਲਤ ਹੈ ਕਿਉਂਕਿ ਫਿਰੋਜ਼ ਸ਼ਾਹ ਤੁਗਲਕ ਨੇ ਵਸਾਇਆ ਸੀ। ਚੌਥਾ ਹੈ, ਬਾਬਰ ਦੀ ਮੌਤ 1530 ਈਸਵੀ ਵਿੱਚ ਹੋਈ। ਇਹ ਠੀਕ ਹੈ। ਤਾਨਸੇਨ ਹਮਾਯੂੰ ਦੇ ਦਰਬਾਰ ਦਾ ਸੰਗੀਤਕਾਰ ਸੀ। ਇਹ ਗਲਤ ਹੈ ਕਿਉਂਕਿ ਤਾਨਸੇਨ ਅਕਬਰ ਦੇ ਦਰਬਾਰ ਦਾ ਸੰਗੀਤਕਾਰ ਸੀ। ਚਲਦੇ ਹਾਂ ਜੀ ਭਾਗ ਸੱਸਾ ਦੇ ਪੈਰਾ ਵਾਲੇ ਪ੍ਰਸ਼ਨਾਂ ਦੇ ਉੱਤਰਾਂ ਵੱਲ। ਪਹਿਲਾ ਪ੍ਰਸ਼ਨ ਹੈ, ਸਿੰਧ ਘਾਟੀ ਸੱਭਿਅਤਾ ਦਾ ਸਭ ਤੋਂ ਵਰਣਨਯੋਗ ਭਵਨ ਕਿਹੜਾ ਹੈ? ਤਾਂ ਇਹ ਹੈ ਜੀ ਵਿਸ਼ਾਲ ਇਸ਼ਨਾਨ ਘਰ। ਦੂਜਾ ਹੈ ਜੀ, ਇਹ ਭਵਨ ਕਿੱਥੇ ਸਥਿਤ ਹੈ? ਮੋਹਨਜੋਦੜੋ ਵਿਖੇ। ਇਸ ਭਵਨ ਦੀ ਲੰਬਾਈ ਚੌੜਾਈ ਕਿੰਨੀ ਹੈ? ਤਾਂ ਪੈਰੇ ਦੇ ਵਿੱਚ ਹੀ ਤੁਹਾਨੂੰ ਆਨਸਰ ਮਿਲੇਗਾ। ਲੰਬਾਈ ਹੈ 180 ਫੁੱਟ ਤੇ ਚੌੜਾਈ 108 ਫੁੱਟ। ਚੌਥਾ ਪ੍ਰਸ਼ਨ ਹੈ, ਵਿਸ਼ਾਲ ਇਸ਼ਨਾਨ ਘਰ ਤੋਂ ਕੀ ਸੰਕੇਤ ਮਿਲਦਾ ਹੈ? ਪੈਰੇ ਦੇ ਵਿੱਚ ਹੀ ਦੇਖੋਗੇ ਧਿਆਨ ਨਾਲ ਤਾਂ ਇਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਸੱਭਿਅਤਾ ਦੇ ਲੋਕ ਸਰੀਰਕ ਸਫਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਸਨ। ਪੰਜਵਾਂ ਪ੍ਰਸ਼ਨ ਹੈ, ਵਿਸ਼ਾਲ ਇਸ਼ਨਾਨ ਘਰ ਵਿੱਚ ਲੋਕ ਕਦੋਂ ਇਸ਼ਨਾਨ ਕਰਦੇ ਸਨ? ਤਾਂ ਇਹ ਕਰਦੇ ਸੀ ਜੀ ਵਿਸ਼ੇਸ਼ ਤਿਉਹਾਰਾਂ ਦੇ ਮੌਕੇ ਲੋਕ ਇੱਥੇ ਇਸ਼ਨਾਨ ਕਰਨ ਲਈ ਆਉਂਦੇ ਸਨ। ਅੱਗੇ ਚੱਲਦੇ ਹਾਂ ਜੀ ਦੂਜੇ ਪੈਰੇ ਦੇ ਪ੍ਰਸ਼ਨਾਂ ਦੇ ਉੱਤਰਾਂ ਵੱਲ। ਪਹਿਲਾ ਪ੍ਰਸ਼ਨ ਹੈ, ਮੁਸਲਿਮ ਸਮਾਜ ਕਿਹੜੇ ਵਰਗ ਨਾਲ ਸੰਬੰਧਿਤ ਸੀ? ਤਾਂ ਮੁਸਲਿਮ ਸਮਾਜ ਸੀ ਜਿਹੜਾ ਉਹ ਸ਼ਾਸਕ ਵਰਗ ਨਾਲ ਸੰਬੰਧਿਤ ਸੀ। ਦੂਜਾ ਹੈ, ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ? ਤਾਂ ਮੁਸਲਿਮ ਸਮਾਜ ਜਿਹੜਾ ਸੀ ਉਹ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ, ਜਿਵੇਂ ਉੱਚ ਵਰਗ, ਮੱਧਮ ਵਰਗ, ਨੀਵਾਂ ਜਾਂ ਹੇਠਲਾ ਵਰਗ। ਤੀਜਾ ਪ੍ਰਸ਼ਨ ਹੈ ਜੀ, ਮੱਧ ਵਰਗ ਵਿੱਚ ਕਿਹੜੇ ਲੋਕ ਸ਼ਾਮਲ ਸਨ? ਤਾਂ ਇਹ ਬਿਲਕੁਲ ਸੌਖਾ ਹੈ ਕੁਐਸਚਨ, ਪੈਰੇ ਦੇ ਵਿੱਚ ਹੀ ਇਹਦਾ ਸਾਫ਼-ਸਾਫ਼ ਉੱਤਰ ਹੈ। ਜਿਵੇਂ ਕਿ ਮੱਧ ਵਰਗ ਦੇ ਵਿੱਚ ਸੈਨਿਕ, ਕਲਰਕ, ਵਪਾਰੀ, ਕਿਸਾਨ, ਰਾਜ ਦੇ ਛੋਟੇ ਕਰਮਚਾਰੀ ਮੱਧ ਵਰਗ ਵਿੱਚ ਸ਼ਾਮਿਲ ਸਨ। ਚੌਥਾ ਹੈ, ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਕਿਸ ਤਰ੍ਹਾਂ ਦੀ ਸੀ? ਤਾਂ ਉਹਨਾਂ ਦੀ ਦਸ਼ਾ ਬਹੁਤ ਬੁਰੀ ਸੀ। ਪੰਜਵਾਂ ਹੈ, ਮੁਸਲਿਮ ਸਮਾਜ ਵਿੱਚ ਕਿਹੜੀਆਂ ਬੁਰਾਈਆਂ ਨੇ ਇਸਤਰੀਆਂ ਦਾ ਜੀਵਨ ਦੁਖਦਾਈ ਬਣਾ ਦਿੱਤਾ ਸੀ? ਤਾਂ ਅਸੀਂ ਪਰਦਾ ਪ੍ਰਥਾ, ਬਹੁ ਇਸਤਰੀ ਵਿਆਹ, ਤਲਾਕ ਆਦਿ ਇਹਨਾਂ ਸਾਰੀਆਂ ਬੁਰਾਈਆਂ ਕਰਕੇ ਇਸਤਰੀਆਂ ਦਾ ਜੀਵਨ ਸੀ ਦੁਖਦਾਈ ਬਣਿਆ ਹੋਇਆ ਸੀ। ਤਾਂ ਇਹ ਸੀ ਮਾਡਲ ਟੈਸਟ ਪੇਪਰ 5ਵੇਂ ਦੇ ਪ੍ਰਸ਼ਨਾਂ ਦੇ ਉੱਤਰ। ਉਮੀਦ ਹੈ ਤੁਸੀਂ ਤਿਆਰੀ ਕਰ ਰਹੇ ਹੋ। ਆਲ ਦਾ ਬੈਸਟ।